हे गाइस बहुत बहुत स्वागत। आई होप ਤੁਸੀਂ ਸਭ ਤੰਦਰੁਸਤ ਹੋਵੋਗੇ, ਆਪਣੀ ਆਲਸੀ ਪ੍ਰੈਪਰੇਸ਼ਨ ਨੂੰ ਬਹੁਤ ਸੀਰੀਅਸਲੀ ਕਰ ਰਹੇ ਹੋਵੋਗੇ। ਅੱਜ ਦੀ ਵੀਡੀਓ ਵਿੱਚ ਜਿਹੜੇ ਕੁਐਸਚਨਸ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਉਹ ਬਹੁਤ ਇੰਪੋਰਟੈਂਟ ਹੈ। ਮੈਂ ਕਹੂੰਗਾ ਹਰ ਬੱਚੇ ਦੀ ਉਹ ਦੁੱਖ ਦੀ ਨਬਜ਼ ਨੇ, ਜਸਟ ਬਿਕੋਜ਼ ਕਿਤੇ ਨਾ ਕਿਤੇ ਉਹ ਬੱਚਾ ਡਰਦਾ ਹੈ ਜਦੋਂ ਇਦਾਂ ਦੇ ਕੁਐਸਚਨ ਸੋਲਵ ਸਾਹਮਣੇ ਕਰਨ ਨੂੰ ਆ ਜਾਂਦੇ, ਬਟ ਉਹ ਤੋਂ ਕਰ ਨਹੀਂ ਹੁੰਦੇ ਜਸਟ ਬਿਕੋਜ਼ ਕਿਤੇ ਨਾ ਕਿਤੇ ਮਨ ਵਿੱਚ ਉਹਦੇ ਇੱਕ ਡਰ ਵੀ ਹੈ ਕਿ ਸ਼ਾਇਦ ਇਹ ਕੁਐਸਚਨਸ ਵੀ ਤਾਂ ਹੋਣੇ ਨਹੀਂ। ਬਟ ਕਿਵੇਂ ਕਰਨੇ ਚਾਹੀਦੇ ਆ, ਅੱਜ ਆਪਾਂ ਇਸ ਚੀਜ਼ ਬਾਰੇ ਗੱਲਬਾਤ ਕਰਾਂਗੇ। ਇਸ ਚੀਜ਼ ਨੂੰ ਜਿੰਨਾ ਮੈਂ ਐਲੈਬੋਰੇਟ ਵੱਧ ਤੋਂ ਵੱਧ ਕਰ ਪਾਉਂਗਾ ਮੈਂ ਕਰੂੰਗਾ। ਮਾਈ ਨੇਮ ਇਜ਼ ਏਕਮ ਐਂਡ ਦਿਸ ਇਜ਼ ਦ ਇੰਗਲਿਸ਼ ਫੈਮਿਲੀ YouTube ਚੈਨਲ। ਇੱਥੇ ਆਪਾਂ ਆਇਲਸ ਦੀ ਪ੍ਰੈਪਰੇਸ਼ਨ ਬਾਰੇ ਵੀਡੀਓਜ਼ ਬਣਾਉਂਦੇ ਆ ਐਂਡ ਉਹਨਾਂ ਨੂੰ ਬੱਚਿਆਂ ਤੱਕ ਲੈ ਕੇ ਜਾਂਦੇ ਆ ਸੋ ਦੈਟ ਬੱਚੇ ਆਪਣੀ ਪ੍ਰੈਪਰੇਸ਼ਨ ਨੂੰ ਵਧੀਆ ਢੰਗ ਨਾਲ ਕਰ ਸਕਣ। ਰੀਡਿੰਗ ਮੋਡਿਊਲ ਜਿੱਥੋਂ ਤੱਕ ਕੰਸਰਨਡ ਹੈ, ਹਾਲੇ ਤੱਕ ਆਪਾਂ ਜੋ ਵੀਡੀਓਜ਼ ਬਣਾਈਆਂ ਨੇ ਦੇ ਹੈਵ ਬੀਨ ਅਬਾਊਟ ਦ ਟਿਪਸ ਫॉर द ਰੀਡਿੰਗ ਮੋਡਿਊਲ, ਜਿਹਦੇ ਵਿੱਚ ਆਪਾਂ ਬਹੁਤ ਕੁਐਸਚਨਸ ਹੁਣ ਤੱਕ ਡਿਸਕਸ ਕਰ ਚੁੱਕੇ ਹਾਂ, ਪੈਸੇਜ ਵੀ ਸੋਲਵ ਕਰਕੇ ਦੇਖ ਚੁੱਕੇ ਹਾਂ ਲਾਈਵ, ਜਿਹਦੇ ਕਿ ਜੋ ਵੀ ਉਹ ਹੈਗਾ ਉਹ ਇੱਕ ਪਲੇਲਿਸਟ ਉਹਦੀ ਬਣੀ ਹੋਈ ਹੈ। ਉਹਦਾ ਲਿੰਕ ਮੈਂ ਇਸ ਵੀਡੀਓ ਦੇ ਵਿੱਚ ਪਾ ਦੂੰਗਾ, ਉਹਦੇ ਬਾਇਓ ਦੇ ਵਿੱਚ, ਸੋ ਉੱਥੇ ਜਾ ਕੇ ਉਹਨੂੰ ਇੱਕ ਵਾਰੀ ਦੇਖ ਲਿਓ। ਠੀਕ ਹੈ, ਹੁਣ ਜੋ ਅੱਜ ਦੀ ਜਿਹੜੀ ਵੀਡੀਓ ਹੈ ਇਹਨੂੰ ਆਪਾਂ ਸ਼ੁਰੂ ਕਰਦੇ ਹਾਂ, ਬਟ ਇਹਨੂੰ ਮੈਂ 3 ਹਿੱਸਿਆਂ ਵਿੱਚ ਡਿਵਾਈਡ ਕੀਤਾ ਇਸ ਵੀਡੀਓ ਨੂੰ। ਪਹਿਲਾਂ ਤਾਂ ਇਸ ਚੀਜ਼ ਨੂੰ ਸਮਝ ਲਈਏ ਤਾਂ ਕਿ ਤੁਹਾਡਾ ਟਾਈਮ ਸੇਵ ਹੋਵੇ ਐਂਡ ਤੁਸੀਂ ਅਗਰ ਸਕਿਪ ਕਰਨਾ ਚਾਹੁੰਦੇ ਯੂ ਕੈਨ ਜਸਟ ਸਕਿਪ ਟੂ ਦ ਮੇਨ ਸਟ੍ਰੈਟਜੀ ਐਜ਼ ਵੈਲ। ਅੱਛਾ, ਸਭ ਤੋਂ ਪਹਿਲਾਂ ਜਿਹੜੀ ਚੀਜ਼ ਆਪਾਂ ਧਿਆਨ ਨਾਲ ਸਮਝਣੀ ਹੈ ਉਹ ਇਹ ਹੈ ਕਿ MCQs ਪਹਿਲੀ ਗੱਲ ਕਿੰਨੇ ਤਰ੍ਹਾਂ ਦੇ ਹੁੰਦੇ ਆ। ਹਾਊ ਮੈਨੀ ਡਿਫਰੈਂਟ ਟਾਈਪਸ ਆਫ MCQs ਆਰ ਦੇਅਰ। ਮੋਸਟਲੀ ਇੱਕ MCQ ਦੀ 4 ਆਪਸ਼ਨ ਹੁੰਦੀਆਂ, ਪਰ ਕਦੀ ਕਦੀ 6 ਆਪਸ਼ਨਸ ਵਾਲਾ ਵੀ MCQ ਆ ਜਾਂਦਾ। ਸੋ ਪਹਿਲੀ ਗੱਲ ਤਾਂ ਆਪਾਂ ਇਹ ਦੇਖਾਂਗੇ ਕਿ ਵਾਟ ਆਰ ਦ ਡਿਫਰੈਂਟ ਟਾਈਪਸ ਆਫ MCQs। ਠੀਕ ਹੈ, ਦੂਜਾ ਅਸੀਂ ਦੇਖਾਂਗੇ ਹਾਊ ਟੂ ਸੋਲਵ them, ਉਹਨਾਂ ਨੂੰ ਸੋਲਵ ਕਿੱਦਾਂ ਕਰਨਾ ਬਾਈ ਅੰਡਰਸਟੈਂਡਿੰਗ them, ਐਂਡ ਅਗਰ ਕੋਈ ਨਾ ਕੋਈ ਹੋਰ ਚੀਜ਼ ਹੈਗੀ ਤਾਂ ਉਹਨੂੰ ਕਿੱਦਾਂ ਦੇਖ ਕੇ ਫਿਰ ਉਹਦਾ ਆਨਸਰ ਲਾਉਣਾ ਆ। ਫਿਰ ਐਂਡ ਵਿੱਚ ਆਪਾਂ ਦੇਖਾਂਗੇ ਕਿ ਬੈਸਟ ਸਟ੍ਰੈਟਜੀ ਕੀ ਹੈ। ਨਾਓ ਇਹ ਜਿਹੜੀ ਸਟ੍ਰੈਟਜੀ ਹੈ ਇਹ ਬਹੁਤੇ ਲੋਕਾਂ ਨੂੰ ਸੁਣ ਕੇ ਸਮਝ ਕੇ ਖੁਦ ਸੋਲਵ ਕਰਕੇ ਇਹ ਆਪ ਡਿਵੈਲਪ ਹੋਈ ਹੈ ਐਂਡ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੋ ਮੈਨੂੰ ਆਪਣੇ ਆਪ ਲੱਗਦਾ ਕਿ ਬੈਸਟ ਹੋਣਾ ਚਾਹੀਦਾ ਹੈ। ਠੀਕ ਹੈ, ਸੋ ਇਹਨੂੰ ਧਿਆਨ ਨਾਲ ਸਮਝਿਓ। ਸਭ ਤੋਂ ਪਹਿਲਾਂ ਤਾਂ ਲੈਟਸ ਇੰਟਰੋਡਿਊਸ ਦ ਥਿੰਗ। ਪੇਪਰ ਚਾਹੇ ਜਨਰਲ ਦਾ ਹੋਵੇ ਚਾਹੇ ਹੋਵੇ ਅਕੈਡਮਿਕ, MCQs ਆਉਂਦੇ ਹੀ ਆਉਂਦੇ ਆ। ਠੀਕ ਹੈ, ਸੋ ਇਸ ਕਰਕੇ ਦੈਟਸ ਦ ਮੇਨ ਰੀਜ਼ਨ ਵਾਈ ਥੀਸ ਕੁਐਸਚਨਸ ਜਾਂ MCQs ਵਰਗੇ ਕੁਐਸਚਨ ਬਹੁਤ ਇੰਪੋਰਟੈਂਟ ਹੋ ਜਾਂਦੇ ਨੇ। ਅੱਛਾ, ਟਾਕਿੰਗ ਅਬਾਊਟ ਦ ਡਿਫਰੈਂਟ ਟਾਈਪਸ ਆਫ MCQs ਕੁਐਸਚਨਸ, ਸਭ ਤੋਂ ਪਹਿਲੀ ਟਾਈਪ ਹੈਗੀ ਜਿਹਦੇ ਵਿੱਚ ਤੁਸੀਂ ਇੱਕ ਆਨਸਰ ਲੱਭਣਾ ਹੁੰਦਾ ਆਊਟ ਆਫ 4 ਆਪਸ਼ਨਸ, ਜਿਹੜੇ ਕਿ ਮੋਸਟ ਕਾਮਨ ਹੈ, ਇਹੀ ਆਉਂਦੇ ਆ। ਸੈਕੰਡ ਤਰ੍ਹਾਂ ਦਾ ਜਿਹੜਾ MCQ ਹੁੰਦਾ ਉਹਦੇ ਵਿੱਚ ਹੁੰਦਾ 2 ਆਨਸਰ ਲੱਭਣੇ ਹੁੰਦੇ ਆਊਟ ਆਫ 5 ਆਪਸ਼ਨਸ, ਇਹ ਆਉਂਦੇ ਆ, ਕਦੀ ਕਦੀ ਆਏ ਹੁੰਦੇ ਆ। ਫਿਰ ਇੱਕ ਹੁੰਦਾ ਜਿਹਦੇ ਵਿੱਚ 3 ਆਪਸ਼ਨਸ ਲੱਭਣੇ ਹੁੰਦੇ ਆ ਜਾਂ 3 ਆਨਸਰਸ ਲੱਭਣੇ ਹੁੰਦੇ ਆ ਆਊਟ ਆਫ 6। ਸੋ ਕਹਿਣ ਦਾ ਮਤਲਬ ਕੀ ਆ, ਪਹਿਲਾ ਜਿਹੜਾ ਆ ਉਹਦੇ ਵਿੱਚ 3 ਆਨਸਰ ਗਲਤ ਹੁੰਦੇ ਨੇ। ਠੀਕ ਹੈ, ਦੂਜੇ ਵਿੱਚ ਕਿਹੜਾ ਹੈਗਾ ਉਹਦੇ ਵਿੱਚ ਵੀ 3 ਆਨਸਰਸ ਗਲਤ ਹੁੰਦੇ ਨੇ, ਜਿਹੜਾ ਲਾਸਟ ਉਹਦੇ ਵਿੱਚ ਵੀ 3 ਆਨਸਰਸ ਗਲਤ ਹੁੰਦੇ। ਬਟ ਪ੍ਰੋਬਲਮ ਕੀ ਆ, ਇਹਦੇ ਵਿੱਚ ਆਪਸ਼ਨਸ ਜਿਹੜੀਆਂ ਨੇ 4 ਹੋ ਜਾਂਦੀਆਂ ਨੇ, ਦੂਜੇ ਵਿੱਚ ਆਪਸ਼ਨ ਜਿਹੜੀਆਂ ਨੇ ਉਹ ਤੁਹਾਡੀਆਂ 5 ਹੋ ਜਾਂਦੀਆਂ ਨੇ, ਫਿਰ ਉਹਦੇ ਵਿੱਚ ਆਪਸ਼ਨ ਜਿਹੜੀਆਂ 6 ਹੋ ਜਾਂਦੀਆਂ ਨੇ। ਸੋ ਇਹ ਇਸ ਢੰਗ ਦੇ ਨਾਲ ਹੀ ਤੁਹਾਨੂੰ ਕੀਤਾ ਜਾਣਾ ਚਾਹੀਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਡਿਫਰੈਂਟ ਟਾਈਪਸ ਆਫ MCQs ਹੈ ਕਿਹੜੇ। ਅੱਛਾ, ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਆ ਉਹ ਇਹ ਹੈ ਕਿ ਜਿਹੜੀ ਫਰਸਟ ਆਪਸ਼ਨ ਹੈ ਜਿਹੜੀ ਕਿ 1 ਆਊਟ ਆਫ 4, ਇਹ ਬਹੁਤ ਕਾਮਨ ਹੈ। ਠੀਕ ਹੈ, ਅੱਛਾ, ਕਈ ਵਾਰੀ ਇਦਾਂ ਦੇ ਵੀ ਹੁੰਦੇ ਆ, देयर आर 2 ਡਿਫਰੈਂਟ ਅਦਰ ਟਾਈਪਸ ਆਫ MCQs ਐਸ ਵੈਲ, ਜਿਹਦੇ ਵਿੱਚ ਕਿਹਾ ਜਾ ਸਕਦਾ ਤੁਹਾਨੂੰ ਕਿ ਕੰਪਲੀਟ ਕਰੋ ਸੈਂਟੈਂਸ ਨੂੰ। ਹੋ ਸਕਦਾ ਤੁਹਾਨੂੰ ਇੱਕ ਸੈਂਟੈਂਸ ਦਿੱਤੇ ਜਾਵੇ ਹਾਫ ਐਂਡ ਤੁਹਾਡੇ ਸਾਹਮਣੇ 5 ਆਪਸ਼ਨਸ ਰੱਖ ਦਿੱਤੇ ਜਾਣ, 3 ਆਪਸ਼ਨਸ ਰੱਖ ਦਿੱਤੇ ਜਾਣ ਐਂਡ ਤੁਹਾਨੂੰ ਕਹਿਣ ਇਹਨਾਂ ਵਿੱਚੋਂ ਉਹਦੀ ਸੈਂਟੈਂਸ ਦੀ ਐਂਡਿੰਗ ਲੱਭ ਕੇ ਲਿਖੋ। ਸੋ ਦੈਟ ਇਜ਼ ਆਲਸੋ ਕਾਈਂਡ ਆਫ MCQ ਆਲਸੋ। ਸੈਕੰਡ ਹੈਗਾ ਕੋਈ ਨਾ ਕੋਈ ਇੱਕ ਕੁਐਸਚਨ ਪੁੱਛ ਕੇ ਉਹਦਾ ਆਨਸਰ 4 ਤਰ੍ਹਾਂ ਦਾ ਆਨਸਰ ਦੇ ਦਿੱਤਾ ਜਾਵੇਗਾ ਐਂਡ ਤੁਹਾਨੂੰ ਕਿਹਾ ਜਾਵੇਗਾ ਇਹਨਾਂ ਚੋਂ ਬੈਸਟ ਆਨਸਰ ਕਿਹੜਾ ਆ। ਸੋ ਉਹ ਵੀ ਇੱਕ ਤਰ੍ਹਾਂ ਦਾ ਤੁਹਾਡਾ MCQ ਹੀ ਹੁੰਦਾ ਹੈ। ਅੱਛਾ, ਹੁਣ MCQ ਦੇਖਣ ਨੂੰ ਹੁੰਦੇ ਕਿੱਦਾਂ ਦੇ ਆ ਦੇਖੋ ਜੀ, ਇਦਾਂ ਦੇ MCQ ਦੇਖਣ ਨੂੰ ਹੁੰਦੇ ਆ। ਇਹ ਅਕੈਡਮਿਕ ਪੇਪਰ ਕੈਂਬਰਿਜ ਦੇ ਵਿੱਚੋਂ ਆਈ ਹੈਵ ਜਸਟ ਟੇਕਨ ਆਊਟ। ਠੀਕ ਹੈ, ਸੋ ਧਿਆਨ ਨਾਲ ਸਮਝੋ ਹੈ ਕੀ ਹੈ। ਪਹਿਲੀ ਚੀਜ਼ ਉਹ ਇਹ ਹੈ ਜੀ, ਰਾਈਟ ਯੂਰ ਆਨਸਰ ਇਨ ਦ ਬਾਕਸ 10 to 12 ਔਨ ਯੂਰ ਆਨਸਰ ਸ਼ੀਟ। ਹੁਣ ਇੱਕ ਆਬਜ਼ਰਵ ਕਰੋ, ਜਿਹੜਾ 10th MCQ ਹੈ ਉਹਦੇ ਲੰਬੇ ਆਪਸ਼ਨਸ ਦੇ ਉਹ ਹੈਗੀਆਂ ਨੇ, ਲਾਈਨਸ ਨੇ। ਰਿਡਿਊਸ ਦ ਪ੍ਰੋਡਕਟਿਵਿਟੀ ਆਫ ਦ ਫਾਰਮਲੈਂਡ ਬਾਈ ਦ 20%। ਠੀਕ ਹੈ ਜੀ, ਫਿਰ ਇੱਕ ਇਦਾਂ ਦੇ MCQs ਨੇ ਜਿਹਦੇ ਵਿੱਚ ਕਹਿ ਲਓ ਕਿ 1 word ਜਾਂ 2 word ਆਪਸ਼ਨਸ ਨੇ, ਉਹ ਈਜ਼ੀ ਹੁੰਦੇ ਨੇ। ਸੋ ਬੱਚਿਆਂ ਨੂੰ ਔਖਾ ਕੀ ਲੱਗਦਾ ਕਿ ਜਦੋਂ ਤੇ ਆਪਸ਼ਨਸ ਹੁੰਦੀਆਂ ਨੇ ਜ਼ਿਆਦਾ ਐਂਡ ਵੱਡੇ ਸੈਂਟੈਂਸ ਹੁੰਦੇ ਨੇ, ਬੱਚਿਆਂ ਨੂੰ MCQ ਔਖੇ ਲੱਗਦੇ ਆ। ਜਦ ਕਿ ਅਗਰ 1 word 2 word ਹੈ, ਫॉर ਐਗਜ਼ਾਮਪਲ ਜਿਹੜਾ 12th ਹੈ, ਇਹ ਬੱਚਿਆਂ ਨੂੰ ਸੌਖਾ ਲੱਗਦਾ ਹੈ। ਠੀਕ ਹੈ, ਸੋ ਇਸ ਢੰਗ ਦੇ ਨਾਲ ਇੱਕ MCQs ਹੁੰਦੇ ਨੇ।
ਹੁਣ ਪੁਆਇੰਟ ਮੇਨ ਇਹ ਆ ਕਿ ਇਹਨਾਂ ਨੂੰ ਸੋਲਵ ਕਿੱਦਾਂ ਕਰੀਏ ਬੱਚਾ। ਜੋ ਮੈਨੂੰ ਲੱਗਦਾ ਆ ਇੱਕ ਜਿਹੜਾ ਈਜ਼ੀ ਵੇ ਆਊਟ ਹੈ, ਹੁਣ ਚੱਕਰ ਕੀ ਪੈਂਦਾ, ਬੱਚੇ ਮਰਦੇ ਕਿੱਥੇ ਆ। ਹੁੰਦਾ ਕੀ ਹੈ ਕਿ ਤੁਸੀਂ ਇਹ ਮੰਨ ਕੇ ਚੱਲੋ ਕਿ ਐਮਸੀਕਿਊ, ਜੇ ਫॉर एग्जांपल ਆ ਹੈਗੇ 3 ਐਮਸੀਕਿਊ ਹੈ, ਕੁਐਸਚਨ ਨੰਬਰ 10 11 12, ਠੀਕ ਹੈ। ਹਰ ਕੁਐਸਚਨ ਦੀਆਂ 4-4 ਆਪਸ਼ਨਸ ਹੈ। दैट मींस ਕਿ ਟੋਟਲ ਕਿੰਨੀਆਂ ਲਾਈਨਾਂ ਹੋ ਗਈਆਂ, 1 2 3 3 ਦੀਆਂ 4 ਕਰਕੇ 12 12 3 15 15 ਲਾਈਨਾਂ ਪੜ੍ਹਨੀਆਂ। दैट्स अ बिग टास्क। ਸੋ ਇਸ ਕਰਕੇ ਪੜ੍ਹ ਕੇ ਇਹਨੂੰ ਸਮਝਣਾ ਉਹ ਇੱਕ ਤਰ੍ਹਾਂ ਦਾ ਕ੍ਰੂਸ਼ਲ ਬਣਾਉਂਦਾ ਹੈ। ਐਂਡ ਇਹਨਾਂ ਵਿੱਚੋਂ ਹੈ ਵੀ ਇੱਕ ਠੀਕ। ਕਹਿਣ ਦਾ ਮੋਟਿਵ ਹੈ ਕਿ ਇੱਕ ਕੁਐਸਚਨ ਦਾ ਇੱਕੋ ਹੀ ਆਨਸਰ ਹੋਏਗਾ, ਤਿੰਨ ਜਿਹੜੀਆਂ ਆਪਸ਼ਨ ਗਲਤ ਹੋਣਗੀਆਂ। दैट मींस ਕਿ ਲੈ ਦੇ ਕੇ ਕਿੰਨੇ 9 ਸੈਂਟੈਂਸਸ ਗਲਤ ਹੋਣਗੇ ਜਿਹੜੇ ਤੁਹਾਨੂੰ ਗਾਈਡ ਕਰਨਗੇ। ਸੋ ਇਸ ਕਰਕੇ ਐਮਸੀਕਿਊ ਔਖੇ ਹੁੰਦੇ ਨੇ। ਹੁਣ ਇਹਨਾਂ ਨੂੰ ਕਰਨਾ ਕਿੱਦਾਂ, ਪਹਿਲਾਂ ਧਿਆਨ ਨਾਲ ਸਮਝੋ। ਜਦੋਂ ਵੀ ਕਦੀ ਐਮਸੀਕਿਊ ਕਰਨੇ ਆ ਨਾ ਬੱਚਾ, ਹਮੇਸ਼ਾ ਈਵਨ ਪੈਸੇਜ ਪੜਨ ਤੋਂ ਪਹਿਲਾਂ क्वेश्चन पढ़ने हैं, सिर्फ कभी भी ऑप्शंस नहीं पढ़नी है, ठीक है। मतलब कहने का की है, जिवें आ लिखे रिसर्च कंप्लीटेड इन 1982 फाउंड दैट यूनाइटेड स्टेट्स सॉइल इरोजन, ये क्वेश्चन पढ़ लो। बाय द मिड 1980s फार्मर्स इन डेनमार्क, ये पढ़ लो। विच वन ऑफ द फॉलोइंग इंक्रीज इन द न्यूजीलैंड आफ्टर 1984, ये पढ़ लो। हुण 3 क्वेश्चंस है, सिर्फ ये पढ़ लो, इन्हां दी अंडरस्टैंडिंग कर लो, पर कभी भी ऑप्शंस ना पढ़ियो, ठीक है। हुण तुसीं पुछोगे सर ऑप्शंस पढ़नी कदों आ, ਬੱਚਾ ਆਪਸ਼ਨ ਉਦੋਂ ਪੜ੍ਹਨੀਆਂ ਨੇ ਜਦੋਂ ਤੁਸੀਂ ਕੁਐਸਚਨ ਵਿੱਚੋਂ ਕੀਵਰਡ ਲੱਭ ਕੇ ਉਹਨੂੰ ਲੋਕੇਟ ਕਰ ਲਿਆ ਕਿੱਥੇ, ਪੈਸੇਜ ਦੇ ਵਿੱਚ। ਹੁਣ ਇਹਦੇ ਚ ਕੀਵਰਡ ਕਿੱਦਾਂ ਲੱਭਣੇ ਆ। ਫॉर एग्जांपल 10th ਦੇਖੋ, ਰਿਸਰਚ ਕੰਪਲੀਟਡ ਇਨ 1982 ਫਾਊਂਡ दैट ਯੂਨਾਈਟਿਡ ਸਟੇਟ ਸੋਇਲ ਇਰੋਜਨ। ਸੋ ਇਹਦੇ ਚ 2 ਕੀਵਰਡ ਹੈ। ਪਹਿਲਾ ਹੈਗਾ ਜੀ ਤੁਹਾਡਾ 1982 ਐਜ਼ ਡਿਜਿਟਸ, ਤੁਹਾਨੂੰ ਇਹ ਇਦਾਂ ਹੀ ਆਏਗਾ, ਠੀਕ ਹੈ। ਦੂਜਾ ਹੈਗਾ ਯੂਨਾਈਟਿਡ ਸਟੇਟਸ। ਹੁਣ ਯੂਨਾਈਟਿਡ ਸਟੇਟਸ ਨੂੰ ਯੂਨਾਈਟਿਡ ਸਟੇਟਸ ਹੀ ਲਿਖਣਗੇ ਉਹ, ठीक है। सो ये 2 कीवर्ड हो गए। अच्छा 11th देखो, बाय द मिड ऑफ 1980s। हुण 1980s का मिड की हुंदा, हो सकता मिड ऑफ 1980s इधर लिखा होवे, बट इहदा मिड ऑफ 1980s का की हुंदा 1985। हुण 1985 एक तुहाडा कीवर्ड हो गया। सेकंड कीवर्ड केड़ा तुहाडा, डेनमार्क, ठीक है। अच्छा फॉर 12th देखो, विच वन ऑफ द फॉलोइंग इंक्रीज इन न्यूजीलैंड। सो न्यूजीलैंड इज अ कीवर्ड। अगला आएगा 1984। सो हर क्यू ਜਿਹੜਾ ਤੁਹਾਡਾ MCQ ਹੈ ਉਹਦੀ ਜਿਹੜਾ ਕੁਐਸਚਨ ਹੈ ਉਹਦੇ ਵਿੱਚ ਤੁਹਾਡੇ ਕੀਵਰਡ ਨੇ, ठीक है। 1982 हो गया, 1985 हो गया, डेनमार्क हो गया, न्यूजीलैंड हो गया, यूके हो गया, 1984 हो गया। सो पहला तो ਇਹਨਾਂ ਦੀ ਲੋਕੇਸ਼ਨ ਮਾਰਕ ਕਰ ਲਓ। अच्छा माइंड यू एक चीज और ध्यान रखियो, ਇਹ ਵੀ ਕ੍ਰੋਨੋਲੋਜੀਕਲੀ ਆਉਣਗੇ। मतलब पहला क्वेश्चन ਤੁਹਾਨੂੰ ਜਿਹੜਾ 10th ਦਾ ਆਨਸਰ ਲੱਭੇਗਾ, ਫਿਰ 11th ਦਾ, ਫਿਰ 12th ਦਾ, ठीक है। सो 1982 यूनाइटेड स्टेट्स ਪਹਿਲਾਂ ਲੱਭੇਗਾ, फिर उस तो बाद 1985 डेनमार्क लभेगा, फिर उस तो बाद न्यूजीलैंड 1984 लभेगा। अच्छा ਜਦੋਂ ਤੁਸੀਂ ਲੋਕੇਸ਼ਨ ਲੱਭਣੀ, ਕੀਵਰਡ ਲੱਭ ਲਿਆ, ਤੁਹਾਨੂੰ ਪਤਾ ਲੱਗ ਗਿਆ ਵੀ ਯਾਰ ਇਹ ਲੋਕੇਸ਼ਨ ਜਿਹੜੀ ਹੈ ਪੈਰਾਗ੍ਰਾਫ ਇਸ ਵਿੱਚ ਹੈਗੀ ਹੈ। ਸੋ ਫੇਰ ਕੀ ਕਰਨਾ ਤੁਸੀਂ, ਫਿਰ ਤੁਸੀਂ ਉਸ ਤੋਂ ਬਾਅਦ ਉੱਥੇ ਜਾ ਕੇ ਉਹ ਕੀਵਰਡ ਵਾਲਾ ਪੈਰਾਗ੍ਰਾਫ ਪੜ੍ਹਨਾ ਆ, ਠੀਕ ਹੈ। ਅਗਰ ਪੈਰਾਗ੍ਰਾਫ ਨਹੀਂ ਪੜ੍ਹਉਂਦਾ, ਐਟਲੀਸਟ ਇੱਕ ਲਾਈਨ ਉੱਤੇ ਇੱਕ ਲਾਈਨ ਥੱਲੇ ਐਂਡ ਕੀਵਰਡ ਵਾਲੀ ਲਾਈਨ ਜਦੋਂ ਪੜ੍ਹ ਲਈ ਐਂਡ ਤੁਹਾਨੂੰ ਸਮਝ ਲੱਗ ਗਿਆ ਕਿ ਵਾਟ ਇਟ ਇਜ਼ ਸਪੋਜ਼ਡ ਟੂ ਬੀ ਡਨ, ਫਿਰ ਤੁਸੀਂ ਕਰਨਾ ਕੀ ਹੈ, ਫਿਰ ਤੁਸੀਂ ਇੱਥੇ ਦੁਬਾਰਾ ਵਾਪਸ ਆ ਕੇ ਤੁਸੀਂ ਆਪਸ਼ਨਸ ਨੂੰ ਪੜ੍ਹਨਾ ਆ, ਬਟ ਉਹਦੇ ਚੋਂ ਆਨਸਰ ਨਹੀਂ ਲੱਭਣਾ, ਸਗੋਂ ਗਲਤ ਵਾਲੀਆਂ ਐਲੀਮੀਨੇਟ ਕਰਨੀਆਂ ਨੇ। ਕਿਸ ਢੰਗ ਦੇ ਨਾਲ, ਫॉर एग्जांपल ਹੁਣ 10th ਦੇਖੋ ਧਿਆਨ ਦੇ ਨਾਲ। 10th ਵਿੱਚ ਲਿਖਿਆ, ਪਹਿਲੀ ਆਪਸ਼ਨ ਦੇਖੋ, ਰਿਡਿਊਸ ਦ ਪ੍ਰੋਡਕਟਿਵਿਟੀ ਆਫ ਫਾਰਮਲੈਂਡ ਬਾਈ 20%। ਸੋ 20% ਇਜ਼ ਅਨਦਰ ਕੀਵਰਡ। 1 was almost as severe as India and China. So India and China फिर कीवर्ड। अच्छा was causing significant damage to 20%, फिर 20% आया, ठीक है जी। देन लास्ट में क्या है, मीडियो और फॉरेस्ट ਤੁਹਾਡੇ कीवर्ड आ इधर लिखे हुए हैं। ਹੁਣ ਇਮੇजिन ਕਰੋ ਇੱਕ ਆਨਸਰ ਜਿਹੜਾ ਹੈਗਾ ਤੁਹਾਡਾ A ਤੇ ਦੂਜਾ ਤੁਹਾਡਾ C, ਇਹਦੇ ਵਿੱਚ 20% ਰਿਪੀਟ ਹੋ ਰਿਹਾ, ਜਾਂ ਤਾਂ ਇਹ ਆਨਸਰ ਹੋਊਗਾ ਜਾਂ ਇਹ ਆਨਸਰ ਬਿਲਕੁਲ ਵੀ ਨਹੀਂ ਹੋ ਸਕਦਾ, so you have related A and C, 1 point। सेकंड हो सकता उन्होंने 20% लिखा होवे 80% दूजे पासे 100 ਵਿੱਚੋਂ 80 माइनस करके फिर 20 लिखता होवे किसी ढंग ਦੇ ਨਾਲ। सो ਇਹ ਧਿਆਨ ਰੱਖਣਾ, ठीक है। सो ਇਹਦਾ मतलब ਕੀ ਹੈ, ਅਗਰ ਐਲੀਮੀਨੇਟ ਹੋਣਗੇ ਜਾਂ ਤਾਂ A ਤੇ C ਦੋਵੇਂ ਹੋਣਗੇ, ਜਾਂ ਦੋਵੇਂ ਨਹੀਂ ਹੋਗੇ ਬਾਕੀ ਦੋਵੇਂ ਹੋ ਜਾਣਗੇ, ਫਿਰ ਤੁਹਾਨੂੰ A ਤੇ C ਵਿੱਚੋਂ ਆਨਸਰ ਲਾਉਣਾ ਪੈਣਾ। ਸੋ ਤੁਹਾਡਾ ਐਲੀਮੀਨੇਸ਼ਨ ਉਹ ਸੌਖਾ ਹੋ ਜਾਏਗਾ ਜਦੋਂ ਤੁਸੀਂ ਆਪਸ਼ਨਸ ਨੂੰ ਆਪਸ ਦੇ ਵਿੱਚ ਬੱਚਾ ਰਿਲੇਟ ਕਰ ਲਓਗੇ, ठीक है। अच्छा सेकंड देखो, ਹੁਣ 11th क्वेश्चन देखो, used 50% less fertilizers than Dutch farmers। सो 50% एक कीवर्ड हो गया। दूसरा की है डच फार्मर्स कीवर्ड हो गया।
अच्छा, यूज ट्वाइस एज मच फर्टिलाइजर्स एज दे हैड इन 1960, सो 1960 सेकंड कीवर्ड हो गया। देन अप्लाइड फर्टिलाइजर मच मोर फ्रीक्वेंटली दैन इन 1960, फिर 1960 होया। सो सेम ਉਹੀ ਜਿਹੜਾ 10th ਵੇਲੇ ਗੱਲ ਹੋਈ ਸੀ 10th MCQ ਵੇਲੇ 1960 1960 ਰਿਪੀਟ ਹੋ ਰਿਹਾ। ਹੋ ਸਕਦਾ ਦੋਵਾਂ ਚ ਆਨਸਰ ਹੋਵੇ ਜਾਂ ਹੋ ਸਕਦਾ ਦੋਵਾਂ ਚ ਨਾ ਹੋਵੇ। ਸੋ ਦੋਵੇਂ ਇਕੱਠੇ ਵੀ ਐਲੀਮੀਨੇਟ ਹੋ ਸਕਦੇ, ਦੋਵੇਂ ਨਹੀਂ ਵੀ ਹੋ ਸਕਦੇ। ਸੋ ਜਿਹੜਾ ਕੀਵਰਡ ਵਾਲੀ ਲੋਕੇਸ਼ਨ ਆ ਉੱਥੇ ਜਾ ਕੇ ਚੈੱਕ ਕਰਨਾ ਵੀ ਕਿਤੇ 1960 ਲਿਖਿਆ, ਅਗਰ ਲਿਖਿਆ ਤਾਂ ਦੋਵਾਂ ਵਿੱਚੋਂ ਆਨਸਰ, ਅਗਰ ਨਹੀਂ ਲਿਖਿਆ ਤਾਂ ਦੋਵਾਂ ਵਿੱਚੋਂ ਆਨਸਰ ਹੈ ਹੀ ਨਹੀਂ। ਦੈਨ ਡੀ ਦੇਖੋ ਉਹ ਚ ਕੀ ਲਿਖਿਆ ਆ, ਮੋਰ ਦੈਨ ਡਬਲ ਦ ਅਮਾਉਂਟ ਆਫ ਪੈਸਟੀਸਾਈਡ ਦੈਟ ਦੇ ਯੂਜ਼ ਇਨ ਜਸਟ 3 years, ਸੋ 3 ਐਜ਼ ਉਹ ਵੀ ਤੁਹਾਡਾ ਕੀਵਰਡ ਹੈ। ਸਮਝ ਲੱਗ ਗਿਆ? ਸੋ ਚਾਰੇ ਹੀ ਆਪਸ਼ਨ ਜਿਹੜੇ ਨੇ ਚਾਰੋਂ ਡਿਫਰੈਂਟ ਹੈ, ਬਟ ਉਹਨਾਂ ਵਿੱਚ ਜਿਹੜੇ ਕੀਵਰਡਸ ਨੇ ਉਹ ਦੋ ਕੀਵਰਡ ਦੋ ਆਪਸ਼ਨਸ ਦੇ ਰਲਦੇ ਆ। ਸੋ ਇੱਥੇ ਕਰਕੇ ਤੁਹਾਡੀ ਗੇਮ ਥੋੜੀ ਈਜ਼ੀ ਹੋ ਜਾਂਦੀ ਹੈ। ਅੱਛਾ 12th ਦੇਖੋ, ਨਿਊਜ਼ੀਲੈਂਡ 1984 ਕੀਵਰਡਸ ਹੈਗੇ ਆ। ਅੱਛਾ ਚਾਰੇ ਜਿਹੜੇ ਆ ਫਾਰਮ ਇਨਕਮਸ, ਯੂਜ਼ ਆਫ ਫਰਟੀਲਾਈਜ਼ਰਸ, ਓਵਰਸਟਾਕਿੰਗ, ਫਾਰਮ ਡਾਇਵਰਸਿਫਿਕੇਸ਼ਨ, ਉਹ ਐਗਜ਼ੈਕਟ ਲੱਭਣਗੇ। ਠੀਕ ਹੈ, ਉੱਤੇ ਵਾਲੇ ਜਿਹੜੇ ਆਪਾਂ MCQ ਕੀਤੇ ਸੀਗੇ ਉਹਦੇ ਵਿੱਚ ਲੰਬੇ ਲੰਬੇ ਸੈਂਟੈਂਸਸ ਸੀਗੇ, ਉਹਨਾਂ ਨੂੰ ਸਮਝਣਾ ਇੰਪੋਰਟੈਂਟ ਸੀ, ਬਟ ਉਹਦੇ ਵਿੱਚ ਈਵਨ ਆਪਸ਼ਨਸ ਦੇ ਜਿਹੜੇ ਕੀਵਰਡਸ ਨੇ ਉਹ ਤੁਹਾਡੀ ਹੈਲਪ ਆਊਟ ਕਰਨਗੇ, ਬਟ ਇਹਦੇ ਵਿੱਚ ਤਾਂ ਆਪਸ਼ਨਸ ਖੁਦ ਕੀਵਰਡ ਹੈ, ਸੋ ਤੁਹਾਨੂੰ ਡਾਇਰੈਕਟ ਲੱਭੇਗਾ। ਠੀਕ ਹੈ, ਸੋ ਇਸ ਚੀਜ਼ ਦਾ ਥੋੜਾ ਧਿਆਨ ਰੱਖਿਓ। ਕਹਿਣ ਦਾ ਮੋਟਿਵ ਕੀ ਹੈ, ਮੈਂ ਤੁਹਾਨੂੰ ਸੌਖਾ ਸਮਝਾ ਰਿਹਾ ਕਿ ਪਹਿਲਾਂ ਤੁਸੀਂ ਕੁਐਸਚਨ ਪੜ੍ਹਨੇ ਆ, ਉਹਦੇ ਵਿੱਚੋਂ ਕੀਵਰਡ ਲੱਭਣੇ ਆ, ਫਿਰ ਉਸ ਤੋਂ ਬਾਅਦ ਉਹ ਕੀਵਰਡ ਲੱਭ ਕੇ ਉਹਨੂੰ ਰੀਡਿੰਗ ਪੈਸੇਜ ਚ ਲੋਕੇਟ ਕਰਨਾ ਹੈ, ਲੋਕੇਟ ਕਰਕੇ ਪੂਰਾ ਉਹ ਰੀਡਿੰਗ ਪੈਸੇਜ ਜਿੱਥੇ ਉਹ ਲੋਕੇਸ਼ਨ ਹੈਗੀ ਆ ਉਹ ਪੜ੍ਹਨਾ ਆ, ਦੈਨ ਕਮ ਬੈਕ ਫॉर द ਆਪਸ਼ਨਸ ਪੜੋ, ਬਟ ਆਨਸਰ ਨਹੀਂ ਲੱਭਣਾ, ਜਿਹੜੀ ਗਲਤ ਹੈ ਉਹਨੂੰ ਪਹਿਲਾਂ ਕ੍ਰਾਸ ਕਰੋ ਵੀ ਆ ਤਾਂ ਹੋ ਹੀ ਨਹੀਂ ਸਕਦਾ, ਆ ਤਾਂ ਲਿਖਿਆ ਨਹੀਂ ਹੋਇਆ, ਐਂਡ ਐਂਡ ਵਿੱਚ ਜਿਹੜੀ ਬਚ ਗਈ ਬੱਚਾ ਉਹੀ ਆਨਸਰ ਹੋਏਗਾ। ਠੀਕ ਹੈ, ਕਦੀ ਵੀ ਸੱਚ ਨਾ ਇੱਥੇ ਲੱਭੋ ਜਾਂ ਸਹੀ ਨਾ ਲੱਭੋ, ਗਲਤ ਨੂੰ ਪਹਿਲਾਂ ਸਾਈਡ ਤੇ ਕਰ ਦੋ, ਸੱਚ ਆਪ ਦੇ ਆਪ ਬਾਹਰ ਆ ਜਾਏਗਾ। ਠੀਕ ਹੈ, ਸਹੀ ਵਾਲਾ ਆਪਸ਼ਨ ਆਪ ਖੁਦ ਬਾਹਰ ਆ ਜਾਏਗਾ। ਸੋ ਇਹ ਇੱਕ ਈਜ਼ੀ ਵੇ ਹੈ ਕਰਨ ਦਾ, ਇਹਨੂੰ ਐਲੀਮੀਨੇਸ਼ਨ ਵੇ ਕਹਿੰਦੇ ਆ। ਕੀਵਰਡ ਲਾ ਕੇ ਲੱਭ ਕੇ ਲੋਕੇਟ ਕਰਕੇ ਸਮਝ ਕੇ ਫਿਰ ਉਹ ਤੋਂ ਬਾਅਦ ਐਲੀਮੀਨੇਟ ਕਰ ਦੋ, ਤੁਹਾਡੇ ਆਨਸਰ ਲੱਭ ਜਾਣਗੇ। ਅੱਛਾ ਇਸ ਤੋਂ ਬਾਅਦ ਲਓ ਜੀ, ਹੁਣ ਸਟ੍ਰੈਟਜੀ ਜਿਹੜੀ ਵਾਕਈ ਇਹਨੂੰ ਥਿਓਰੇਟਿਕਲੀ ਇੱਕ ਵਾਰੀ ਕਰਕੇ ਦੇਖਦੇ ਆ, ਜੋ ਆਪਾਂ ਹੁਣ ਤੱਕ ਪ੍ਰੈਕਟੀਕਲੀ ਮੈਂ ਤੁਹਾਨੂੰ ਇੱਕ ਵਾਰੀ ਉਹ ਗੱਲਬਾਤ ਵਿੱਚ ਸਮਝਾਇਆ। ਪਹਿਲੀ ਚੀਜ਼, ਰੀਡਿੰਗ ਦਾ ਟੈਕਸਟ ਬਿਫੋਰ ਦਾ ਕੁਐਸਚਨਸ, ਜਿਹੜੀ ਕਿ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ, ਧਿਆਨ ਨਾਲ ਸਮਝੋ। ਇਫ ਯੂ ਡੂ ਦਿਸ, ਹੁਣ ਤੁਸੀਂ ਇੱਕ ਚੀਜ਼ ਧਿਆਨ ਨਾਲ ਸਮਝੋ, ਅਗਰ ਤੁਸੀਂ ਰੀਡਿੰਗ ਕਰ ਰਹੇ ਹੋ ਟੈਕਸਟ ਦੀ ਇਵਨ ਬਿਫੋਰ ਲੁਕਿੰਗ ਇਨ ਦਾ ਕੁਐਸਚਨ ਆਫ ਦਾ MCQ, ਉਹ ਇੱਕ ਤਰ੍ਹਾਂ ਦੀ ਬਲਾਈਂਡ ਰੀਡਿੰਗ ਹੈ। ਠੀਕ ਹੈ, ਬਲਾਈਂਡ ਰੀਡਿੰਗ ਕੀ ਕਿੱਦਾਂ, ਮਤਲਬ ਕਿ ਤੁਹਾਨੂੰ ਇਹੀ ਨਹੀਂ ਪਤਾ ਤੁਸੀਂ ਲੱਭਣਾ ਕੀ ਹੈ, ਤੁਹਾਨੂੰ ਇਹੀ ਨਹੀਂ ਪਤਾ ਕੁਐਸਚਨ ਤੁਹਾਡੇ ਤੋਂ ਡਿਮਾਂਡ ਕੀ ਕਰ ਰਿਹਾ, ਤੁਸੀਂ ਲੱਭੋਗੇ ਕੀ। ਠੀਕ ਹੈ, ਇਹ ਕੋਈ ਨੋਵਲ ਤੇ ਹੈ ਨਹੀਂ ਕਿ ਤੁਸੀਂ ਐਂਡ ਆਫ ਦਾ ਡੇ ਯੂ ਜਸਟ ਸਿਟ ਵਿਦ ਯੋਰ ਕੱਪ ਆਫ ਕਾਫੀ ਤੇ ਆਰਾਮ ਨਾਲ ਤੁਸੀਂ ਚਾਹ ਦੀਆਂ ਚੁਸਕੇ ਜੋ ਕਾਫੀ ਦੇ ਚੁਸਕੇ ਲੈਂਦੇ ਹੋਏ ਤੁਸੀਂ ਨੋਵਲ ਪੜ੍ਹ ਰਹੇ ਹੋ ਐਂਡ ਇੰਜੋਏ ਕਰ ਰਹੇ ਹੋ। ਆਪਾਂ ਤਾਂ ਬੈਂਡ ਚਾਹੀਦੇ ਆ ਐਂਡ ਟਾਈਮ ਦੀ ਘੜੀ ਚੱਲਦੀ ਹੋਏਗੀ ਉੱਥੇ ਪ੍ਰੋਪਰ, ਤੇ ਫਿਰ ਤੁਸੀਂ ਇੱਥੇ ਤਾਂ ਇੰਜੋਏ ਨਹੀਂ ਕਰ ਸਕਦੇ। ਸੋ ਪਹਿਲੀ ਗੱਲ ਜਿਹੜੀ ਕਰਨੀ ਹੈ ਕਿ ਕਦੀ ਵੀ ਪੈਸੇਜ ਪਹਿਲਾਂ ਨਹੀਂ ਪੜ੍ਹਨਾ। ਅਗਰ ਪੜ੍ਹਦੇ ਹੋ ਤੇ ਬੱਚਾ ਗਲਤ ਕਰ ਰਹੇ ਜਸਟ ਬਿਕੋਜ਼ ਕਿ ਉਹ ਇੱਕ ਤਰ੍ਹਾਂ ਦੀ ਬਲਾਈਂਡ ਰੀਡਿੰਗ ਹੋਏਗੀ। ਠੀਕ ਹੈ, ਬਿਕੋਜ਼ ਯੂ ਆਰ ਨਾਟ ਸ਼ੋਰ ਕਿ ਤੁਸੀਂ ਲੱਭ ਕੀ ਰਹੇ ਹੋ, ਜਿਹੜੀ ਗੱਲ ਆਪਾਂ ਕਰ ਚੁੱਕੇ ਹਾਂ। ਠੀਕ ਹੈ, ਇਹਦੇ ਨਾਲ ਹੋਏਗਾ ਕਿ ਯੂ ਆਲਸੋ ਵੇਸਟ ਟਾਈਮ, ਬਿਕੋਜ਼ ਤੁਹਾਨੂੰ ਫਿਰ ਵਾਪਸ ਜਾ ਕੇ ਕੁਐਸਚਨ ਪੜ੍ਹਨੇ ਪੈਣੇ ਆ, ਫਿਰ ਦੁਬਾਰਾ ਫਿਰ ਆ ਕੇ ਟੈਕਸਟ ਪੜ੍ਹਨਾ ਪੈਣਾ ਹੈ। ਠੀਕ ਹੈ, ਸਮਝ ਲੱਗੀ? ਸੋ ਇੱਥੇ ਆ ਕੇ ਤੁਹਾਡਾ ਬਹੁਤ ਟਾਈਮ ਵੇਸਟ ਹੁੰਦਾ ਹੈ, ਪਲੀਜ਼ ਇਹਨੂੰ ਥੋੜਾ ਧਿਆਨ ਰੱਖੋ। ਠੀਕ ਹੈ, ਸੈਕੰਡ ਚੀਜ਼, ਐਲੀਮੀਨੇਸ਼ਨ ਮੈਥਡ, ਜਿਹੜੀ ਮੈਂ ਤੁਹਾਨੂੰ ਸਮਝਾ ਚੁੱਕਾ, ਵੈਰੀ ਇੰਪੋਰਟੈਂਟ। ਨਹੀਂ ਸਮਝ ਲੱਗਾ ਦੁਬਾਰਾ ਇੱਕ ਵਾਰੀ ਇਹਨੂੰ ਪਿੱਛੇ ਕਰਕੇ ਵੀਡੀਓ ਨੂੰ ਦੁਬਾਰਾ ਇੱਕ ਵਾਰੀ ਸੁਣ ਲਓ। ਇਹਦੇ ਵਿੱਚ ਕੀ ਹੋਏਗਾ ਕਿ ਤੁਸੀਂ ਕਦੀ ਵੀ ਸਹੀ ਆਨਸਰ ਨਹੀਂ ਲੱਭਣਾ, ਗਲਤ ਆਨਸਰ ਨੂੰ ਪਹਿਲਾਂ ਹੀ ਕ੍ਰਾਸ ਕਰ ਦਿਓ, ਸਹੀ ਜਿਹੜਾ ਲਾਸਟ ਵਿੱਚ ਉਹ ਤਾਂ ਬਚ ਜਾਏਗਾ। ਠੀਕ ਹੈ, ਅੱਛਾ ਜਿਹੜੀ ਅਗਲੀ ਜਿਹੜੀ ਇੱਕ ਤੁਹਾਡੀ ਸਟ੍ਰੈਟਜੀ ਹੈ, ਨਾਟ ਆਨਸਰਿੰਗ ਦਾ ਕੁਐਸਚਨ। ਅੱਛਾ ਬੱਚੇ ਨਾ ਇਹ ਚੀਜ਼ ਬਹੁਤ ਇੰਪੋਰਟੈਂਟ ਸਮਝਦੇ ਨਹੀਂ, ਬੱਚੇ ਕਰਦੇ ਹੀ ਕੀ ਹੈ, ਕੀਵਰਡ ਲੋਕੇਟ ਕਰਕੇ ਨਾ ਪੜ੍ਹਦੇ ਨਹੀਂ, ਨਾ ਕੁਐਸਚਨ ਚੱਜ ਨਾਲ ਪੜ੍ਹਦੇ ਆ ਤੇ ਨਾ ਪੜ੍ਹਦੇ ਆ ਪੈਸੇਜ, ਫਿਰ ਉੱਥੇ ਆ ਕੇ ਆਨਸਰ ਖਰਾਬ ਹੋ ਜਾਂਦਾ। ਹੁਣ ਹੁੰਦਾ ਕੀ ਆ, ਕੁਐਸਚਨ ਇੱਕ ਵਾਰੀ ਪੜ੍ਹ ਲਓ, ਪੁੱਛ ਕੀ ਰਹੇ ਆ, ਆਰ ਦੇ ਲਿਟਰਲੀ ਟਾਕਿੰਗ ਅਬਾਊਟ ਦ ਥਿੰਗ ਜੋ ਤੁਹਾਡੇ ਦਿਮਾਗ ਵਿੱਚ ਹੈ ਕਿ ਨਹੀਂ। ਠੀਕ ਹੈ, this seems to be very obvious one, but ਇਹ ਸ਼ੌਕ ਕਰੇਗਾ just because many people do not even answer the question, ਉਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਕੁਐਸਚਨ ਨੂੰ ਉਹਨੇ ਐਕਚੁਅਲੀ ਪੁੱਛਿਆ ਕੀ। ਠੀਕ ਹੈ, ਸੋ ਇਹ ਧਿਆਨ ਰੱਖੋ। ਅੱਛਾ, being tricked by the examiner, ਹੁਣ ਐਗਜ਼ਾਮੀਨਰ ਪਤਾ ਕੀ ਹੈ ਬੱਚਾ, ਇਹ ਚੀਜ਼ ਇੰਪੋਰਟੈਂਟ ਹੈ, ਸਮਝੋ ਧਿਆਨ ਦੇ ਨਾਲ।
ਐਗਜ਼ਾਮੀਨਰ ਜਾਣ ਕੇ ਇੱਕ ਕੁਐਸਚਨ ਐਸਾ ਪਾਉਂਦਾ ਹੁੰਦਾ ਜਿਹਦੇ ਵਿੱਚ ਤੁਹਾਡਾ ਦਿਮਾਗ ਭੰਗ ਹੁੰਦਾ ਆ, ਤੁਹਾਡੀ ਕੰਸੈਂਟਰੇਸ਼ਨ ਖਤਮ ਹੋ ਜਾਂਦੀ ਹੈ। ਸੋ ਹਮੇਸ਼ਾ ਇੱਕ ਚੀਜ਼ ਧਿਆਨ ਰੱਖੋ ਕਿ ਅਗਰ ਕੋਈ ਕੁਐਸਚਨ ਫਸਦਾ ਆ, ਸਪੈਸ਼ਲੀ ਇਨ ਦਾ ਐਮਸੀਕਿਊ, ਬੱਚਾ ਉਹ ਕੁਐਸਚਨ ਛੱਡ ਦਿਓ, ਕਦੀ ਵੀ ਉਹਨੂੰ ਪੰਗਾ ਨਾ ਲਿਓ। ਬਿਕੋਜ਼ ਅਗਰ ਤੁਸੀਂ ਉਹਨੂੰ ਆਪਣੀ ਈਗੋ ਤੇ ਲੈ ਕੇ ਸੋਲਵ ਕਰਨ ਲੱਗ ਪਏ ਵੀ ਮੈਂ ਤਾਂ ਲੱਭਣਾ ਹੀ ਲੱਭਣਾ, ਤੁਹਾਡਾ ਪਿਛਲਾ ਪੂਰਾ ਪੈਸੇ ਜਿੰਨੇ ਕੁਐਸਚਨ ਬਚੇ ਉਹ ਸਾਰੇ ਖਰਾਬ ਹੋ ਜਾਣਗੇ। ਠੀਕ ਹੈ, ਸੋ ਇਹ ਚੀਜ਼ ਧਿਆਨ ਰੱਖੋ ਕਿ ਕਦੀ ਵੀ ਕਿਸੇ ਵੀ ਪੇਪਰ ਦੇ ਵਿੱਚ ਕੁਐਸਚਨ ਦੇ ਨਾਲ ਫਸਣਾ ਨਹੀਂ ਹੈ। ਲੱਭ ਗਿਆ ਇਫ ਯੂ ਆਰ ਏਬਲ ਟੂ ਥਿੰਕ ਕਿ ਇਹ ਆਨਸਰ ਹੋਣਾ ਚਾਹੀਦਾ ਹੈ, ਐਂਡ ਅਗਰ ਲੱਭ ਗਿਆ ਤਾਂ ਠੀਕ ਹੈ, ਨਹੀਂ ਲੱਭਾ ਤੇ ਪਲੀਜ਼ ਉਹਨੂੰ ਪੰਗਾ ਨਾ ਲਓ। ਠੀਕ ਹੈ, ਅੱਛਾ, ਐਗਜ਼ਾਮੀਨਰਸ ਲਵ ਟੂ try and trick you with distractors। basically distractors ਹੁੰਦੇ ਨੇ ਉਹ ਕੁਐਸਚਨਸ। ਠੀਕ ਹੈ, just because ਉਹ ਕਰਦੇ ਕੀ ਆ, they seem to be the correct answer ਪਰ ਅਸਲ ਵਿੱਚ ਉਹ ਹੁੰਦੇ ਉਹ ਗਲਤ ਹੈ। ਠੀਕ ਹੈ, ਸਮਝ ਲੱਗ ਗਿਆ? ਸੋ ਇਸ ਚੀਜ਼ ਨੂੰ ਧਿਆਨ ਰੱਖਣਾ। ਹੁਣ ਇਹ ਕਿੱਦਾਂ ਹੁੰਦੇ ਆ, ਹਮੇਸ਼ਾ ਧਿਆਨ ਰੱਖੋ, a very common trick is to match a lot of keywords with the question part of the text। ਹੁਣ ਬੱਚੇ ਕਹਿੰਦੇ ਆ ਸਰ ਦੇਖੋ ਆਪਸ਼ਨ ਜਿਹੜੀ ਆਹ ਆਨਸਰ ਹੈ just because ਸਾਰੀ ਆਪਸ਼ਨ ਦੇ ਵਰਡਸ ਰਲਦੇ ਆ ਸਿਵਾਏ ਇੱਕ ਦਿਓ। ਬੱਚਾ ਇੱਥੇ ਆ ਕੇ ਤਾਂ ਗੜਬੜ ਹੁੰਦੀ ਹੈ। ਉਹ ਇੱਕ ਵਰਡ ਕੀ ਹੈ, ਉਹਨੇ ਹੀ ਪੂਰੀ ਦੀ ਪੂਰੀ ਗੱਲ ਕਮਾਈ ਹੋਏਗੀ। ਸੋ ਕਿਦਾਂ ਦੇ ਵਰਡਸ ਹੁੰਦੇ ਆ, ਫॉर ਐਗਜ਼ਾਮਪਲ ਮੋਸਟ, ਆਲਵੇਜ਼, ਆਲ, ਸਮਟਾਈਮਸ। ਸੋ ਇਦਾਂ ਦੇ ਜਿਹੜੇ ਕੁਆਲੀਫਾਈਂਗ ਵਰਡਸ ਹੁੰਦੇ ਆ ਨਾ, ਵੀ ਕਾਲ them ਕੁਆਲੀਫਾਈਂਗ ਵਰਡਸ। ਇਹ ਬੱਚਾ ਪੂਰਾ ਦਾ ਪੂਰਾ ਕੁਐਸਚਨ ਦਾ ਜੋ ਇੱਕ ਆਪਸ਼ਨ ਹੁੰਦੀ ਆ ਉਹਦਾ ਪੂਰਾ ਪੂਰਾ ਮਤਲਬ ਚੇਂਜ ਕਰ ਦਿੰਦੇ ਆ। ਠੀਕ ਹੈ, ਹੁਣ ਫॉर ਐਗਜ਼ਾਮਪਲ ਇਫ ਆਈ ਸੇ ਟਾਲੈਸਟ ਆਫ ਆਲ, ਟਾਲਰ ਦੈਨ them। ਟਾਲੈਸਟ ਮਤਲਬ ਸਭ ਤੋਂ ਲੰਬਾ, ਟਾਲਰ ਮੀਨਸ ਉਹ ਤੋਂ ਲੰਬੇ ਹੋਰ ਵੀ ਹੈਗੇ ਆ। ਠੀਕ ਹੈ, ਸੋ ਇਹ ਚੀਜ਼ ਧਿਆਨ ਰੱਖੋ ਕਿ ਹਮੇਸ਼ਾ ਕੁਆਲੀਫਾਈਂਗ ਵਰਡਸ ਤੁਹਾਡੇ ਇੰਪੋਰਟੈਂਟ ਹੈ, ਇਹਨਾਂ ਨੂੰ ਧਿਆਨ ਨਾਲ ਸਮਝੋ। ਅੱਛਾ, ਨੈਕਸਟ ਇਜ਼, ਅਗਲਾ ਦੇਖੋ, not reading the whole sentence। ਇਹ ਬਹੁਤ ਇੰਪੋਰਟੈਂਟ ਹੈ। The first part of the sentence might look correct but the second half of the sentence might change the meaning। ਹੁਣ ਬੱਚੇ ਕਰਦੇ ਕੀ, ਆਪਸ਼ਨ ਸਿਰਫ ਅੱਧੀ ਪੜ੍ਹਦੇ ਆ, ਜਾਂ ਈਵਨ ਜੇ ਕੀਵਰਡ ਲੱਭਿਆ ਹੈ ਉਹਨੂੰ ਲੋਕੇਟ ਕੀਤਾ ਆ, ਈਵਨ ਪੈਰਾਗ੍ਰਾਫ ਅੱਧਾ ਪੜ੍ਹਦੇ ਆ। ਉਹਦੇ ਨਾਲ ਹੁੰਦਾ ਕੀ ਹੈ, ਵਰਡਸ ਲਾਈਕ ਬਟ, ਲਾਈਕ, ਹਾਊਐਵਰ ਕੈਨ ਚੇਂਜ ਦ ਮੀਨਿੰਗ ਆਫ ਦ ਹੋਲ ਸੈਂਟੈਂਸ। ਬਿਲਕੁਲ ਸਹੀ ਗੱਲ ਆ, ਪੂਰਾ ਦਾ ਪੂਰਾ ਮਤਲਬ ਚੇਂਜ ਹੋ ਸਕਦਾ ਆ ਅਗਰ ਤੁਸੀਂ ਆਹ ਵਰਡਸ ਨੂੰ ਧਿਆਨ ਨਾਲ ਦਿੱਤਾ ਹੋਇਆ, ਜਿਹੜੇ ਮੈਂ ਤੁਹਾਨੂੰ ਕਹਿ ਰਿਹਾ, ਬਟ, ਹਾਊਐਵਰ, ਸੋ ਇਹਨਾਂ ਨੂੰ ਧਿਆਨ ਨਾਲ ਸਮਝੋ। ਐਗਜ਼ਾਮੀਨਰਸ ਨੂੰ ਪਤਾ ਆ ਕਿ ਯੂ ਆਰ ਟ੍ਰਾਈਂਗ ਟੂ ਫਾਈਂਡ ਦ ਆਨਸਰਸ, ਐਂਡ ਇਸ ਕਰਕੇ ਉਹ ਵੱਧ ਤੋਂ ਵੱਧ ਤੁਹਾਡੇ ਨਾਲ ਉਹ ਟ੍ਰਿਕਸ ਖੇਡਦੇ ਨੇ। ਬੇਸਿਕਲੀ ਦੇ ਪਲੇ ਵਿਦ ਯੂਰ ਮਾਈਂਡ। ਪੂਰਾ ਸੈਂਟੈਂਸ ਉਹੀ ਆਪਸ਼ਨ ਦੇ ਨਾਲ ਰਲੂਗਾ, ਬਟ ਇੱਕ ਵਰਡ ਦਾ ਫਰਕ ਹੁੰਦਾ ਜੋ ਕਿ ਹਾਊਐਵਰ ਜਾਂ ਬਟ ਜਾਂ ਕੋਈ ਵੀ ਕੁਆਲੀਫਾਈਂਗ ਵਰਡ ਹੋਇਆ। ਸੋ ਇਸ ਚੀਜ਼ ਦਾ ਧਿਆਨ ਰੱਖਿਓ। ਪੂਰੀ ਲਾਈਨ ਮਿਲਣ ਦੇ ਬਾਵਜੂਦ ਵੀ ਕਈ ਵਾਰੀ ਉਹ ਆਨਸਰ ਨਹੀਂ ਹੁੰਦਾ, ਜਸਟ ਬਿਕੋਜ਼ ਕਿਤੇ ਨਾ ਕਿਤੇ ਅੰਡਰਸਟੈਂਡਿੰਗ 'ਚ ਫਰਕ ਹੁੰਦਾ ਹੈ। ਠੀਕ ਹੈ, ਅੱਛਾ, ਨਾਟ ਰੀਡਿੰਗ ਦ ਟੈਕਸਟ ਕੇਅਰਫੁਲੀ। ਇਹ ਤਾਂ ਬਹੁਤ ਵੱਡੀ ਪ੍ਰੋਬਲਮ ਹੈ। ਠੀਕ ਹੈ, ਟੈਕਸਟ ਪੜ੍ਹਦੇ ਨੇ, ਬਲਾਈਂਡਲੀ ਪੜ੍ਹਦੇ ਨੇ, ਬਟ ਨਾਟ ਈਵਨ ਥਿੰਕਿੰਗ ਕਿ ਉਹਦੇ ਵਿੱਚ ਕਿਹਾ ਕੀ ਹੈ, ਅੰਡਰਸਟੈਂਡਿੰਗ ਨਹੀਂ ਕਰਦੇ। ਠੀਕ ਹੈ, ਜਸਟ ਬਿਕੋਜ਼ देयर आर so many distractors, some of the correct answers will literally jump out ਹੁੰਦਾ ਆ, ਕਿਉਂਕਿ ਤੁਹਾਨੂੰ ਲੱਗਦਾ ਆ ਸਮਝ ਨਹੀਂ ਆਇਆ, ਇਹਦੀ ਮੈਨੂੰ ਵੋਕੈਬਲਰੀ ਦਾ ਵਰਡ ਨਹੀਂ ਪਤਾ ਤੇ ਆ ਤਾਂ ਆਨਸਰ ਹੋ ਨਹੀਂ ਸਕਦਾ। ਠੀਕ ਹੈ, ਸੋ ਇਫ ਯੂ ਡੋਂਟ ਡੂ ਦਿਸ ਕੇਅਰਫੁਲੀ, ਠੀਕ ਹੈ, ਤੁਹਾਡਾ ਆਨਸਰ ਗਲਤ ਹੋਏਗਾ। ਠੀਕ ਹੈ, ਸੋ ਕਰਨਾ ਕੀ ਹੈ, ਵਿਚ ਇਜ਼ ਵੈਰੀ ਇੰਪੋਰਟੈਂਟ, ਐਂਡ ਕਿਉਂਕਿ ਉਹ ਤੁਹਾਡਾ ਬਚਾ ਸਕਦਾ ਉਹ ਸਾਰੀ ਚੀਜ਼ ਦੇ ਵਿੱਚ, ਉਹ ਹੈਗਾ ਜੀ ਤੁਸੀਂ ਟੇਕ ਸਮ ਟਾਈਮ ਟੂ ਅੰਡਰਸਟੈਂਡ ਦ ਕੁਐਸਚਨ, even the option and the text also। ਚੱਜ ਨਾਲ ਪੜੋਗੇ, ਟਾਈਮ ਲਾ ਕੇ ਸਮਝੋਗੇ ਤਾਂ ਤੁਹਾਡਾ ਕਦੀ ਆਨਸਰ ਗਲਤ ਨਹੀਂ ਹੋਏਗਾ। ਠੀਕ ਹੈ, ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਕਹਿਣ ਦਾ ਮੋਟਿਵ ਜੋ ਇਸ ਪੂਰੀ ਵੀਡੀਓ ਦਾ ਸਾਰ ਹੈ ਉਹ ਇਹ ਹੈ ਕਿ ਹਮੇਸ਼ਾ ਕੁਐਸਚਨ ਨੂੰ ਪੜ੍ਹ ਕੇ ਆਨਸਰ ਦਿਓ। ਇਹ ਨਹੀਂ ਕਿ ਆ ਕੀਵਰਡ ਚੱਕਿਆ, ਇੱਥੇ ਪੜਿਆ, ਆ ਆਨਸਰ ਹੈਗਾ, ਲਾ ਦਿੱਤਾ, ਬਟ ਤੁਸੀਂ ਕੁਐਸਚਨ ਦੀ ਡਿਮਾਂਡ ਦੇਖ ਨਹੀਂ ਰਹੇ ਤੇ ਤੁਹਾਨੂੰ ਆਨਸਰ ਦਾ ਮਤਲਬ ਕਿੱਥੋਂ ਪਤਾ ਲੱਗੇਗਾ? ਤੁਹਾਨੂੰ ਤਾਂ ਕੁਐਸਚਨ ਦਾ ਮਤਲਬ ਨਹੀਂ ਪਤਾ ਲੱਗਾ। ਸੋ ਟਾਈਮ ਲਓ, ਆਪਣੀ ਅੰਡਰਸਟੈਂਡਿੰਗ ਵਧਾਓ। ਠੀਕ ਹੈ, ਜਦੋਂ ਵੀ ਪ੍ਰੈਕਟਿਸ ਕਰਨੀ ਆ ਹਮੇਸ਼ਾ ਕਦੀ ਵੀ 3 ਪੈਸੇਜ ਇਕੱਠੇ ਨਾ ਪੜੋ, 2 ਪੈਸੇਜ ਕਰੋ, 1 ਪੈਸੇਜ ਕਰੋ, ਚਾਹੇ 1 ਘੰਟੇ ਵਿੱਚ। ਸਲੋਲੀ ਆਪਣੀ ਅੰਡਰਸਟੈਂਡਿੰਗ ਨੂੰ ਇੰਪਰੂਵ ਕਰੋ, ਫਿਰ ਉਸ ਤੋਂ ਬਾਅਦ ਟਾਈਮ ਦੀ ਮੈਨੇਜਮੈਂਟ ਖੁਦ ਬ ਖੁਦ ਹੋ ਜਾਏਗੀ। ਠੀਕ ਹੈ, now this is the end of this video। I hope ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ। MCQs ਕਾਫੀ ਡਿਫਿਕਲਟ ਲੱਗਦੇ ਬੱਚਿਆਂ ਨੂੰ, ਬਟ ਅਗਰ ਉਹੀ ਬੱਚੇ ਇਹਨੂੰ ਐਲੀਮੀਨੇਸ਼ਨ ਮੈਥਡ ਦੇ ਨਾਲ ਕਰਨ
ਜੋ ਕਿ ਮੈਂ ਇਸ ਵੀਡੀਓ ਵਿੱਚ ਡਿਸਕਸ ਕੀਤਾ ਆ ਕਿਸ ਢੰਗ ਦੇ ਨਾਲ ਕਰਨਾ ਚਾਹੀਦਾ ਆ ਤੇ ਤੁਹਾਨੂੰ ਇਹ ਕੁਐਸਚਨ ਸੌਖੇ ਲੱਗਣਗੇ। ਠੀਕ ਹੈ, ਸ਼ੇਅਰ ਦਿਸ ਚੈਨਲ ਐਸ ਮਚ ਐਸ ਯੂ ਕੈਨ, ਸਪਰੈਡ ਇਟ। ਠੀਕ ਹੈ, ਜਿੰਨਾ ਸਪਰੈਡ ਕਰ ਸਕਦੇ ਹੋ ਕਰੋ। ਲਾਈਕ ਐਂਡ ਸ਼ੇਅਰ ਐਂਡ ਲਿਟਰਲੀ ਥੈਂਕ ਯੂ ਸੋ ਮਚ, ਬਹੁਤ ਚੰਗਾ ਲੱਗਾ ਐਂਡ ਗॉड ब्लेस यू ऑल। थैंक यू।